A very warm wishes to all of you. Now, next topic regarding the chapter number 7, that is the directing. The topic name is financial non-financial incentives and more powerful for lower level employee. Incentives also powerful for the lower level employee like workers, subordinates, so on. So bete, first of all I would like to explain what do you mean by incentives. Incentives can be defined as monetary or non-monetary rewards offered to employee for contribution more efficiency. ਇਨਸੈਂਟਿਵ ਦਾ ਮਤਲਬ ਕੀ ਹੁੰਦਾ ਰਾਜੀ, ਜਦੋਂ ਅਸੀਂ ਮੋਨੇਟਰੀ ਅਤੇ ਨੋਨ ਮੋਨੇਟਰੀ ਮਤਲਬ ਮਨੀ ਦੀ ਟਰਮ 'ਚ ਅਤੇ ਮਨੀ ਦੀ ਟਰਮ ਤੋਂ ਬਿਨਾਂ ਰਿਵਾਰਡ ਆਫਰ ਕਰਦੇ ਹਾਂ ਆਪਣੇ ਇੰਪਲੋਈ ਨੂੰ, ਸੋ ਦੈਟ ਉਹ ਆਪਣੀ ਕੰਟਰੀਬਿਊਸ਼ਨ ਇਫੈਕਟਿਵਲੀ ਆਰਗੇਨਾਈਜੇਸ਼ਨ ਦੇ ਵਿੱਚ ਦਿੰਦਾ ਰਹੇ, ਉਹਨੂੰ ਕੀ ਕਿਹਾ ਜਾਂਦਾ ਆ, ਇਨਸੈਂਟਿਵਸ. Incentives can be extra payment or something more than the regular salary or wages. ਇਨਸੈਂਟਿਵ ਐਕਸਟਰਾ ਵੇਜਿਸ ਹੁੰਦੀਆਂ ਨੇ ਬੇਟੇ, ਐਕਸਟਰਾ ਸੈਲਰੀ ਹੁੰਦੀ ਹੈ ਜਿਹੜੀ ਕਿ ਉਹਦੀ ਐਕਚੁਅਲ ਸੈਲਰੀ ਬੇਸਿਕ ਸੈਲਰੀ ਤੋਂ ਇਲਾਵਾ ਉਹਨੂੰ ਦਿੱਤੀ ਜਾਂਦੀ ਹੈ, ਜਿਵੇਂ ਹੋਮ ਅਲਾਊਂਸ ਹੋ ਗਿਆ, ਬੋਨਸ ਹੋ ਗਿਆ, ਕਮਿਸ਼ਨ ਹੋ ਗਿਆ, ਸੋ ਔਨ, ਜਾਂ ਅਸੀਂ ਉਹਨੂੰ ਪ੍ਰਮੋਸ਼ਨ ਦਿੰਦੇ ਹਾਂ, ਟਰਾਂਸਫਰ ਦਿੰਦੇ ਹਾਂ, ਦੈਟ ਆਰ ਦਾ ਨੋਨ ਫਾਈਨੈਂਸ਼ੀਅਲ ਇਨਸੈਂਟਿਵਸ. ਫਾਈਨੈਂਸ਼ੀਅਲ ਇਨਸੈਂਟਿਵਸ ਮਤਲਬ ਅਸੀਂ ਉਹਨੂੰ ਐਕਸਟਰਾ ਪੇਮੈਂਟ ਕਰ ਦਿੰਦੇ ਹਾਂ, ਅਤੇ ਨੋਨ ਫਾਈਨੈਂਸ਼ੀਅਲ ਇਨਸੈਂਟਿਵਸ ਮਤਲਬ ਜਦੋਂ ਅਸੀਂ ਉਹਨੂੰ ਮੋਟੀਵੇਟ ਕਰਦੇ ਹਾਂ ਥਰੂ ਪ੍ਰਮੋਸ਼ਨ, ਟਰਾਂਸਫਰ, ਦੈਟ ਆਰ ਕਾਲਡ ਨੋਨ ਫਾਈਨੈਂਸ਼ੀਅਲ ਇਨਸੈਂਟਿਵਸ. And incentives act as a very good motivator because it encourages the employee to improve their efficiency level and reach the target. The two common type of incentives are monetary, ਜਿਹਨੂੰ ਅਸੀਂ financial incentives ਵੀ ਕਹਿੰਦੇ ਹਾਂ, and non-financial incentives ਜਿਹਨੂੰ ਅਸੀਂ non-monetary incentives ਵੀ ਆਖਾਂਗੇ. So first of all, let us start with the financial incentives. Financial incentives like the rewards or incentives which can be calculated in terms of money is known as monetary incentives. ਜਿਹੜੇ ਕੈਲਕੂਲੇਟ ਕੀਤੇ ਜਾਂਦੇ ਆ ਮਨੀ ਦੀ ਟਰਮ ਦੇ ਵਿੱਚ, ਦੈਟ ਆਰ ਕਾਲਡ ਮੋਨੇਟਰੀ ਇਨਸੈਂਟਿਵਸ, ਜਿਹਦੇ ਵਿੱਚ ਬੇਟੇ ਆਉਂਦਾ ਆ ਫਸਟ ਆਫ ਆਲ ਪੇ ਐਂਡ ਅਲਾਊਂਸ. ਪੇ ਐਂਡ ਅਲਾਊਂਸ ਮਤਲਬ ਜਦੋਂ ਤੁਸੀਂ ਰੈਗੂਲਰ ਇਨਕਰੀਮੈਂਟ ਸੈਲਰੀ ਦੇ ਨਾਲ ਹਰ ਸਾਲ ਲਗਾਉਂਦੇ ਹੋ ਆਪਣੇ ਇੰਪਲੋਈਜ਼ ਦਾ, ਅਤੇ ਜਿਹਦੇ ਨਾਲ ਉਹਨਾਂ ਨੂੰ ਹਰ ਸਾਲ ਮੋਟੀਵੇਸ਼ਨ ਮਿਲਦੀ ਆ ਕਿ ਵੀ ਕੈਨ ਡੂ ਗੁੱਡ ਵਰਕ ਇਨ ਦਾ ਆਰਗੇਨਾਈਜੇਸ਼ਨ, ਉਹਨੂੰ ਕੀ ਕਿਹਾ ਜਾਂਦਾ ਹੈ, ਪੇ ਐਂਡ ਅਲਾਊਂਸ. ਐਂਡ ਕੁਛ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਪੇ ਕਰਦੀਆਂ ਆ ਹਾਈਕ ਐਂਡ ਅਲਾਊਂਸ ਆਰ ਡਾਇਰੈਕਟਲੀ ਲਿੰਕ ਵਿਦ ਦਾ ਪਰਫੋਰਮੈਂਸ ਆਫ ਦਾ ਇੰਪਲੋਈ. ਕੁਛ ਆਰਗੇਨਾਈਜੇਸ਼ਨ ਜਿਹੜੀਆਂ ਹੈਗੀਆਂ ਬੇਟੇ ਉਹ ਅਕੋਰਡਿੰਗ ਟੂ ਦਾ ਪਰਫੋਰਮੈਂਸ ਆਫ ਇੰਪਲੋਈ ਉਹਨਾਂ ਨੂੰ ਇਨਸੈਂਟਿਵਸ ਪ੍ਰੋਵਾਈਡ ਕਰਵਾਉਂਦੀਆਂ, ਜਿਹਦੇ ਨਾਲ ਉਹਨਾਂ ਨੂੰ ਇਨਕਰੀਮੈਂਟ ਲੱਗ ਜਾਂਦਾ ਹੈ, ਮਤਲਬ ਜਿੱਦਾਂ ਦੀ ਵਰਕਰ ਦੀ ਪਰਫੋਰਮੈਂਸ ਹੋਏਗੀ ਉੱਦਾਂ ਦਾ ਹੀ ਇਨਕਰੀਮੈਂਟ ਲਗਾਉਣਗੇ, ਉਵੇਂ ਦੀ ਉਹਨਾਂ ਦੀ ਬੈਸਟ ਕੈਪੇਬਿਲਿਟੀ ਨੂੰ ਸੂਟ ਕਰਦਾ ਹੋਇਆ ਉਹਨੂੰ ਅਲਾਊਂਸ ਪ੍ਰੋਵਾਈਡ ਕਰਵਾਉਣਗੇ, ਦੈਟ ਆਰ ਕਾਲਡ ਪੇ ਐਂਡ ਅਲਾਊਂਸ. Now next, that is a profit sharing. Profit sharing ਜਨਰਲੀ ਬੜੇ ਆਰਗੇਨਾਈਜੇਸ਼ਨ ਜਿਹੜੀਆਂ ਵਰਕ ਕਰਦੀਆਂ ਆ ਉਹਨਾਂ ਨੂੰ ਹਮੇਸ਼ਾ ਅਸੀਂ ਆਖਾਂਗੇ ਕਿ ਦੈਟ ਆਰ ਆਫਰ ਪ੍ਰੋਫਿਟ ਸ਼ੇਅਰਿੰਗ ਆਰਗੇਨਾਈਜੇਸ਼ਨਸ, ਜਿਨ੍ਹਾਂ ਦੇ ਵਿੱਚ ਜਰਨਲੀ ਇੰਪਲੋਈ ਜਿਹੜੇ ਹੋਣਗੇ ਉਹਨਾਂ ਨੂੰ ਐਟ ਦੀ ਐਂਡ ਆਫ ਦੀ ਆਰਗੇਨਾਈਜੇਸ਼ਨ ਪ੍ਰੋਫਿਟਸ ਜਿਹੜੇ ਆ ਉਹਨਾਂ ਨੂੰ ਡਿਸਟਰੀਬਿਊਟ ਕੀਤੇ ਜਾਣਗੇ. ਦੈਟ ਆਰ ਆਲਸੋ ਇਨਸੈਂਟਿਵ ਆਫ ਦਾ ਇੰਪਲੋਈ, ਕਿ ਜਦੋਂ ਉਹਨਾਂ ਨੂੰ ਲੱਗੇ ਕਿ ਕੰਪਨੀ ਦੇ ਵਿੱਚ ਜਿੰਨਾ ਵੀ ਪ੍ਰੋਫਿਟ ਹੁੰਦਾ ਪਿਆ ਆ ਦੈਟ ਆਰ ਡਿਸਟਰੀਬਿਊਟਡ ਇਨ ਦਾ ਇੰਪਲੋਈਜ਼, ਉਹਨੂੰ ਡਿਸਟਰੀਬਿਊਟ ਕੀਤਾ ਜਾ ਰਿਹਾ ਹੈ ਇੰਪਲੋਈਜ਼ ਦੇ ਵਿੱਚ, ਸੋ ਦੈਟ ਦੇ encourage and also do their work efficiently and increase the profit of the organization in another year, that are called profit sharing. Okay, second, that is a productivity linked with wage incentives. ਬੇਟੇ ਜਿਹੜੀ ਪ੍ਰੋਡਕਟੀਵਿਟੀ ਹੈ ਨਾ ਉਹ ਹਮੇਸ਼ਾ ਤੁਹਾਡੀ ਕਾਹਦੇ ਨਾਲ ਲਿੰਕਡ ਹੁੰਦੀ ਆ, ਵੇਜ ਇਨਸੈਂਟਿਵਸ ਦੇ ਨਾਲ. ਜਿਵੇਂ ਕਿ ਜਿੰਨਾ ਤੁਸੀਂ ਕੰਮ ਕਰਦੇ ਪਏ ਹੋ ਜੇਕਰ ਉਹਦਾ ਬਿਲਕੁਲ ਪ੍ਰੋਪਰ ਵੇ ਦੇ ਨਾਲ ਤੁਹਾਨੂੰ ਵੇਜਿਸ ਦਿੱਤੀਆਂ ਜਾ ਰਹੀਆਂ ਹੋਣਗੀਆਂ ਅਤੇ ਤੁਸੀਂ ਐਫੀਸ਼ੀਐਂਟ ਵਰਕਰ ਹੋ, ਤੁਹਾਨੂੰ ਇਫੈਕਟਿਵ ਵੇ ਦੇ ਨਾਲ ਵੇਜਿਸ ਦਿੱਤੀਆਂ ਜਾ ਰਹੀਆਂ ਹੋਣਗੀਆਂ, ਅਤੇ ਜਿਹਦੇ ਨਾਲ ਵਰਕਰ ਜਿਹੜਾ ਆ ਉਹ ਹਮੇਸ਼ਾ ਮੋਟੀਵੇਟ ਹੁੰਦਾ ਆ ਅਤੇ ਆਪਣੀ ਪਰਫੋਰਮੈਂਸ ਹੋਰ ਵੀ ਵਧੀਆ ਤਰੀਕੇ ਨਾਲ ਪ੍ਰੋਵਾਈਡ ਕਰਵਾਉਂਦਾ ਆ.
ਸੋ ਨੈਕਸਟ ਦੈਟ ਇਜ਼ ਆ ਬੋਨਸ। ਬੋਨਸ ਕੀ ਹੁੰਦਾ ਬੇਟੇ, ਵਨ ਟਾਈਮ ਐਕਸਟਰਾ ਰਿਵਾਰਡ ਹੁੰਦਾ ਆ ਜਿਹੜਾ ਕਿ ਇੰਪਲੋਈ ਨੂੰ ਦਿੱਤਾ ਜਾਂਦਾ ਆ। ਜਰਨਲੀ ਕਦੋਂ ਦਿੱਤਾ ਜਾਂਦਾ ਆ, ਜਦੋਂ ਇੰਪਲੋਈ ਆਪਣਾ ਟਾਰਗੇਟ ਜਿਹੜਾ ਆ ਕੰਪਲੀਟ ਕਰ ਲੈਂਦਾ ਆ, ਇਹ ਸਭ ਤੋਂ ਵਧੀਆ ਤਰੀਕੇ ਨਾਲ ਉਹਨੂੰ ਕੀ ਦਿੱਤਾ ਜਾਂਦਾ ਆ, ਬੋਨਸ। ਬੋਨਸ ਹਮੇਸ਼ਾ ਐਕਸਟਰਾ ਮਨੀ ਹੁੰਦੀ ਹੈ ਜਿਹੜੀ ਕਿ ਰਾਦਰ ਦੈਨ ਯੂਅਰ ਸੈਲਰੀ ਦਿੱਤੀ ਜਾਂਦੀ ਹੈ, ਪ੍ਰੋਵਾਈਡ ਕਰਵਾਈ ਜਾਂਦੀ ਹੈ ਟੂ ਦਾ worker that are called bonus. Okay, bonus is also given in the form of free trip to foreign countries, paid vacation or gold etc. bonus ਜ਼ਰੂਰੀ ਨਹੀਂ ਆ ਕਿ ਤੁਹਾਨੂੰ ਮਨੀ ਦੀ ਟਰਮ ਦੇ ਵਿੱਚ ਵੀ ਦਿੱਤਾ ਜਾਵੇ। ਨੋਨ ਫਾਈਨੈਂਸ਼ੀਅਲ ਇਨਸੈਂਟਿਵਸ ਵੀ ਹੋ ਸਕਦੇ, ਜਿਵੇਂ ਤੁਹਾਨੂੰ ਫੋਰਨ ਦਾ ਟ੍ਰਿਪ ਦੇ ਦਿੱਤਾ, ਠੀਕ ਆ, ਜਾਂ ਕੋਈ ਵਿਕੇਸ਼ਨ ਜਿਹੜੀਆਂ ਉਹ ਤੁਹਾਡੀਆਂ ਪੇਡ ਕਰ ਦਿੱਤੀਆਂ, ਮਤਲਬ ਤੁਹਾਨੂੰ ਵਿਕੇਸ਼ਨ ਵਾਸਤੇ ਮਨੀ ਪ੍ਰੋਵਾਈਡ ਕਰਵਾ ਦਿੱਤੀ, ਦੈਟ ਆਰ ਕਾਲਡ ਆਲਸੋ ਬੋਨਸ। ਪ੍ਰੋਫਿਟ ਸ਼ੇਅਰਿੰਗ ਅਸੀਂ ਕਰ ਚੁੱਕੇ ਹਾਂ ਕਿ ਐਟ ਦੀ ਐਂਡ ਜਿੰਨਾ ਵੀ ਪ੍ਰੋਫਿਟ ਹੁੰਦਾ ਆਰਗੇਨਾਈਜੇਸ਼ਨ ਨੂੰ ਇੰਪਲੋਈਜ਼ ਦੇ ਨਾਲ ਇੰਪਲੋਈਜ਼ ਨੂੰ ਡਿਸਟਰੀਬਿਊਟ ਕਰੇਗੀ ਅਤੇ ਉਹਦੇ ਨਾਲ ਵੀ ਫਾਈਨੈਂਸ਼ੀਅਲ ਇਨਸੈਂਟਿਵਸ ਇੰਪਲੋਈਜ਼ ਨੂੰ ਮਿਲਦੇ ਨੇ। ਨਾਓ ਬੇਟੇ ਤੁਹਾਡੇ ਕੋਲ ਨੈਕਸਟ ਆਉਂਦਾ ਆ ਦੈਟ ਆਰ ਕੋ ਪਾਰਟਨਰਸ਼ਿਪ, ਸਟਾਕ ਆਪਸ਼ਨ। ਕੋ ਪਾਰਟਨਰਸ਼ਿਪ, ਸਟਾਕ ਆਪਸ਼ਨ, ਜਿਹਦੇ ਵਿੱਚ ਬੇਟੇ ਤੁਸੀਂ ਆਪਣੇ ਇੰਪਲੋਈਜ਼ ਨੂੰ ਰਾਈਟ ਪ੍ਰੋਵਾਈਡ ਕਰਵਾਉਂਦੇ ਹੋ ਤੁਹਾਡੇ ਸ਼ੇਅਰ ਦਾ, ਮਤਲਬ ਸ਼ੇਅਰ ਦਾ ਪ੍ਰੋਫਿਟ ਡਜ਼ਨਟ ਗਿਵ ਓਨਰਸ਼ਿਪ ਰਾਈਟ ਦਾ ਇੰਪਲੋਈ। Many company offer share in management or participation in management along with the share in profit to its employee as an incentive to get efficient working from the employee. ਸੋ ਕੋ ਪਾਰਟਨਰਸ਼ਿਪ ਐਂਡ ਸਟਾਕ ਆਪਸ਼ਨ ਕਿ ਤੁਸੀਂ ਆਪਣੇ ਇੰਪਲੋਈ ਨੂੰ ਕੋ ਪਾਰਟਨਰ ਬਣਾਓ, ਮਤਲਬ ਉਹਨੂੰ ਸਟਾਕ ਆਪਸ਼ਨ ਦਿਓ, ਕੁਛ ਸ਼ੇਅਰਸ ਜਿਹੜੇ ਉਹਨੂੰ ਸੈੱਲ ਕਰ ਦਿਓ ਸੋ ਦੈਟ ਕਿ ਉਹ ਆਪਣੇ ਫਰੈਂਡਸ ਨੂੰ, ਆਪਣੀ ਫੈਮਿਲੀ ਨੂੰ ਸ਼ੇਅਰਸ ਜਿਹੜੇ ਉਹ ਸੈਂਡ ਕਰ ਸਕੇ, ਅਤੇ ਜਿਹਦੇ ਨਾਲ ਉਹ ਹੋਰ ਵੀ ਵਧੀਆ ਤਰੀਕੇ ਨਾਲ ਵਰਕ ਕਰੇਗਾ ਕਿ ਮੈਂ ਜਿਹੜੇ ਸ਼ੇਅਰ ਸੈੱਲ ਕੀਤੇ ਆ ਉਹਨਾਂ ਤੋਂ ਮੈਂ ਮੋਰ ਐਂਡ ਮੋਰ ਇਨਸੈਂਟਿਵਸ ਜਿਹੜੇ ਆ, ਮੋਰ ਐਂਡ ਮੋਰ ਟਾਰਗੇਟ ਜਿਹੜਾ ਉਹਨੂੰ ਕੰਪਲੀਟ ਕਰਨਾ ਆ। ਸੋ ਨੈਕਸਟ ਦੈਟ ਆਰ ਕਾਲਡ ਰਿਟਾਇਰਮੈਂਟ ਬੈਨੀਫਿਟ। ਰਿਟਾਇਰਮੈਂਟ ਬੈਨੀਫਿਟ ਬੇਟੇ ਕੁਛ ਆਰਗੇਨਾਈਜੇਸ਼ਨ ਜਿਹੜੀਆਂ ਆਲਵੇਜ਼ ਤੁਹਾਡੀ ਮਨੀ ਜਿਹੜੀ ਆ ਪ੍ਰੋਵੀਡੈਂਟ ਫੰਡ ਦੇ ਵਿੱਚ ਜਾਂ ਪੈਨਸ਼ਨ ਸਕੀਮ ਦੇ ਵਿੱਚ ਲਗਾਉਂਦੀ ਰਹਿੰਦੀ ਹੈ, ਜਿਹਦੇ ਨਾਲ ਤੁਹਾਨੂੰ ਐਟ ਦੀ ਐਂਡ ਆਫ ਦੀ ਸਰਵਿਸ ਤੁਹਾਨੂੰ ਪੈਨਸ਼ਨ ਲੱਗ ਜਾਂਦੀ ਹੈ ਜਾਂ ਤੁਹਾਨੂੰ ਮਨੀ ਜਿਹੜੀ ਹੈ ਬਹੁਤ ਸਾਰੀ ਮਿਲ ਜਾਂਦੀ ਹੈ, ਜਿਹਦੇ ਨਾਲ ਵਰਕਰ ਮੋਟੀਵੇਟ ਹੁੰਦਾ ਰਹਿੰਦਾ ਹੈ ਕਿ ਮੇਰੀ ਜਿਹੜੀ ਸੇਵਿੰਗ ਆ ਉਹ ਚੱਲਦੀ ਪਈ ਹੈ ਅਤੇ ਐਟ ਦੀ ਐਂਡ ਮੈਨੂੰ ਉਹ ਸੇਵਿੰਗ ਜਿਹੜੀਆਂ ਉਹ ਮਿਲ ਜਾਣਗੀਆਂ। ਨਾਓ ਲਾਸਟ ਫਾਈਨੈਂਸ਼ੀਅਲ ਇਨਸੈਂਟਿਵ ਹੈ ਦੈਟ ਆਰ ਪਰਕਿਜ਼ਰਟਸ, ਮਤਲਬ ਪਰਕਸ ਵੀ ਕਹਿ ਸਕਦੇ ਹਾਂ ਇਹਨੂੰ, ਫਰਿੰਗ ਬੈਨੀਫਿਟਸ ਵੀ ਕਹਿ ਸਕਦੇ ਹਾਂ, ਮਤਲਬ ਜਿਹੜੀ ਤੁਸੀਂ ਸਰਵਿਸ ਦੇ ਨਾਲ ਨਾਲ ਉਹਨਾਂ ਨੂੰ ਐਕਸਟਰਾ ਫੈਸਿਲਿਟੀ ਪ੍ਰੋਵਾਈਡ ਕਰਵਾਉਣੀ ਆ, ਲਾਈਕ ਮੈਡੀਕਲ ਫੈਸਿਲਿਟੀ, ਫ੍ਰੀ ਐਜੂਕੇਸ਼ਨ ਫਾਰ ਚਿਲਡਰਨ, ਹਾਊਸਿੰਗ ਫੈਸਿਲਿਟੀ, ਜਿਹੜੀ ਤੁਸੀਂ ਮਤਲਬ ਐਕਸਟਰਾ ਫ੍ਰੀ ਬੈਨੀਫਿਟ ਜਿਹੜਾ ਆ ਤੁਸੀਂ ਆਪਣੇ ਇੰਪਲੋਈਜ਼ ਨੂੰ ਰਾਦਰ ਦੈਨ ਯੂਅਰ ਬੇਸਿਕ ਸੈਲਰੀ ਪ੍ਰੋਵਾਈਡ ਕਰਵਾਉਂਦੇ ਹੋ, ਦੈਟ ਆਰ ਕਾਲਡ perks. Okay, so that are the financial incentives. Next, that are non-financial incentives that are more powerful, higher level employee. ਬੱਚੇ ਇਹਨਾਂ ਸਾਰਿਆਂ ਨੂੰ ਕੀ ਕਿਹਾ ਜਾਂਦਾ ਆ, more powerful, ਦੇਖੋ that are called as ਜਿਹੜੇ ਤੁਹਾਡੇ ਕੀ ਆ non financial incentives. ਨੋਨ ਫਾਈਨੈਂਸ਼ੀਅਲ ਇਨਸੈਂਟਿਵ ਸਭ ਤੋਂ ਪਹਿਲਾਂ ਤੁਹਾਡਾ ਕੀ ਹੁੰਦਾ ਆ, ਸਟੇਟਸ। ਐਂਡ ਨੋਨ ਫਾਈਨੈਂਸ਼ੀਅਲ ਇਨਸੈਂਟਿਵ ਜ਼ਿਆਦਾ ਪਾਵਰਫੁਲ ਹੁੰਦੇ ਆ ਹਾਇਰ ਲੈਵਲ ਵਾਸਤੇ, ਜਦ ਕਿ ਫਾਈਨੈਂਸ਼ੀਅਲ ਇਨਸੈਂਟਿਵ ਜੋ ਜ਼ਿਆਦਾ ਪਾਵਰਫੁਲ ਹੁੰਦੇ ਆ ਲੋਅਰ ਲੈਵਲ ਇੰਪਲੋਈ ਵਾਸਤੇ। ਓਕੇ, ਸੋ ਨੋਨ ਫਾਈਨੈਂਸ਼ੀਅਲ ਇਨਸੈਂਟਿਵ ਮੀਨ ਮਨੀ ਇਜ਼ ਨਾਟ ਦਾ ਓਨਲੀ ਮੋਟੀਵੇਟਰ। The employee who have more of esteem and self-actualization need active in them get satisfied with the non-monetary incentive only. ਜਿਹਨੂੰ ਰਿਸਪੈਕਟ ਚਾਹੀਦੀ ਹੈ, ਰਿਕੋਗਨੀਸ਼ਨ ਚਾਹੀਦੀ ਹੈ, ਜਿਹਨੂੰ ਇੱਕ ਸਟੇਟਸ ਚਾਹੀਦਾ ਆ, ਉਹ ਕਿਹਦੇ ਵਿੱਚ ਆਉਂਦੇ ਆ, ਨੋਨ ਫਾਈਨੈਂਸ਼ੀਅਲ ਇਨਸੈਂਟਿਵਸ ਦੇ ਵਿੱਚ। ਸੋ ਫਸਟ ਆਫ ਆਲ ਦੈਟ ਆਰ ਸਟੇਟਸ, ਮਤਲਬ ਸਟੇਟਸ ਰੈਫਰ ਟੂ ਰੈਂਕ, ਅਥਾਰਟੀ, ਰਿਸਪੋਂਸਿਬਿਲਿਟੀ, ਰਿਕੋਗਨੀਸ਼ਨ ਐਂਡ ਪ੍ਰੈਸਟੀਜ ਰਿਲੇਸ਼ਨ ਟੂ ਜੋਬ, ਮਤਲਬ ਇੱਕ ਸਟੇਟਸ ਹੋਣਾ ਚਾਹੀਦਾ ਆ ਵਰਕਰ ਦਾ ਜੋਬ ਦੇ ਵਿੱਚ, ਸੋ ਦੈਟ ਉਹ ਡੇ ਬਾਏ ਡੇ ਆਪਣੀ ਜਿਹੜੀ ਵਰਕਿੰਗ ਆ ਉਹਨੂੰ ਹੋਰ ਵੀ ਵਧੀਆ ਕਰੇ ਅਤੇ ਉਹਨੂੰ ਪਤਾ ਹੋਵੇ ਕਿ ਮੈਂ ਇਸ ਰੈਂਕ 'ਤੇ ਹਾਂ, ਮੈਨੂੰ ਮੈਨੇਜਰ ਕਹਿੰਦੇ ਨੇ, ਸੁਪੀਰੀਅਰ ਕਹਿੰਦੇ ਨੇ। ਓਕੇ, ਉਹਦੇ ਨਾਲ ਵੀ ਪਰਸਨ ਜਿਹੜੇ ਆ ਉਹ ਮੋਟੀਵੇਟ ਹੋਣਗੇ। ਸੈਕਿੰਡ ਦੈਟ ਆਰ ਆਰਗੇਨਾਈਜੇਸ਼ਨ ਕਲਾਈਮੇਟ।
ऑर्गेनाइजेशन क्लाइमेट बेटे ये दो अप्रोच आउंदियां आ पॉजिटिव अप्रोच एज वैल एज नैगेटिव अप्रोच ओके सो इट रेफर टू रिलेशनशिप बिटवीन द सुपीरियर एंड सबऑर्डिनेट सो द बेटे दैट इनफ्लुएंस द बिहेवियर ऑफ द ये हमेशा डायरैक्ट बिहेवियर जोड़ा है एम्पलॉइज़ का मैंबर्स का उन्होंने इफेक्ट करता है पॉजिटिव अप्रोच अडॉप्टेड बाय मैनेजर क्रिएट बैटर ऑर्गेनाइजेशन क्लाइमेट वेयर एज नैगेटिव अप्रोच मे स्पॉयल द क्लाइमेट जी पॉजिटिव अप्रोच आ कि असी काम कर रहे हैं तो सानू इंसेंटिव्स मिल रहे हैं सानू प्रमोशन मिल रही है ट्रांसफर मिल रही है तो पॉजिटिव अप्रोच नाल हमेशा ऑर्गेनाइजेशन का क्लाइमेट जोड़ा वो बैटर बनया रहेगा वेयर एज नैगेटिव अप्रोच नाल क्लाइमेट जोड़ा है वो स्पॉयल हो जाता है तो उहदे नाल कभी भी इंपलॉय जोड़े उन्होंने असी मोटिवेट नहीं कर सकते सो नैक्सट दैट इज़ अ कैरीयर एडवांसमेंट कैरीयर एडवांसमेंट कि जदों असी अपने वर्कर नूं ड्यूरिंग द वर्किंग आवर्स उन्होंने ही प्रमोशन देने उन्होंने ही अपॉर्चुनिटी देने कि वो अपना बैटर जोड़ा करके तो मतलब बैटर परफॉर्मेंस करके तो प्रमोशन लै सकता है दैट आर कॉल्ड करियर एडवांसमेंट अपॉर्चुनिटी जदों असी उन्होंने बेस्ट परफॉर्मेंस के बेस पर प्रमोशन प्रोवाइड करवाने जॉब एनरिचमेंट दैट इज़ असाइनमेंट ऑफ चैलेंजिंग जॉब इंपलॉय गेट बोर बाय परफॉर्मेंस रूटीन जॉब बेटे इंपलॉय हमेशा बोर हो जाता है रूटीन जॉब के नाल सो उन्होंने वैरायटी ऑफ अपॉर्चुनिटीज़ प्रोवाइड करवानियां चाहिए मतलब उन्होंने कहना चाहिए कि तुसीं अपनी जॉब जी परफॉर्म कर सकते हो इंटरस्टिंग जॉब जी ਉਹਦੇ ਨਾਲ ਉਹਨੂੰ ਚੈਲੰਜ ਆਫਰ ਕਰੋ ਕਿ ਆਪਣੀਆਂ ਸਕਿੱਲਸ ਦੇ ਕ੍ਰੀਏਟੀਵਿਟੀਜ਼ ਨੂੰ ਯੂਜ਼ ਕਰਦਾ ਹੋਇਆ ਉਹ ਆਪਣਾ ਵਰਕ ਜਿਹੜਾ ਹੈ ਪ੍ਰੋਪਰ ਮੈਨਰ ਦੇ ਨਾਲ ਵਰਕ ਕਰੇ ਅਤੇ ਜਿਹਦੇ ਨਾਲ ਉਹ ਮੋਟੀਵੇਟ ਵੀ ਹੋਏ ਕਿ ਮੈਂ ਖੁਦ ਆਪਣਾ ਕੰਮ ਜਿਹੜਾ ਆ ਉਹ ਕਰ ਰਿਹਾ ਆ ਮੈਨੂੰ ਕਿਸੇ ਦੇ ਉੱਪਰ ਕਿਸੇ ਦਾ ਦਬਾਅ ਹੇਠ ਆਣ ਕੇ ਵਰਕ ਕਰਨਾ ਨਹੀਂ ਪੈਂਦਾ then employee recognition programs कुछ programs develop करो ठीक है जिहदे विच person नूं ਉਹਦੀ ਰਿਕੋਗਨੀਸ਼ਨ ਕਰਾਓ ਇਨ ਦਾ ਆਰਗੇਨਾਈਜੇਸ਼ਨ ਮੈਂਬਰ ਜਿਹਦੇ ਵਿੱਚ ਦੱਸੋ ਕਿ ਇਹ ਵਰਕਰ ਨੇ ਇੰਨਾ ਕੰਮ ਇੰਨੇ ਟਾਈਮ ਦੇ ਵਿੱਚ ਪ੍ਰੋਪਰ ਵੇ ਦੇ ਨਾਲ ਕੀਤਾ ਆ ਅਤੇ ਦੈਟ ਆਰ ਦਾ ਬੈਸਟ ਇੰਪਲੋਈ ਇਨ ਦਾ ਈਅਰ ਮਤਲਬ ਹਰ ਸਾਲ ਕੁਛ ਨਾ ਕੁਛ ਉਹਨਾਂ ਨੂੰ ਰਿਵਾਰਡ ਪ੍ਰੋਵਾਈਡ ਕਰਵਾਓ ਉਹਨਾਂ ਨੂੰ ਸਰਟੀਫਿਕੇਟ ਦਿਓ ਕਿ ਇਹਨਾਂ ਨੇ ਇਹ ਵਾਲਾ ਵਰਕ ਪ੍ਰੋਪਰ ਵੇ ਦੇ ਨਾਲ ਅਚੀਵ ਕੀਤਾ ਆ ਉਹਨਾਂ ਨੂੰ ਗਿਫਟਸ ਦਿਓ ਉਹਨਾਂ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਮੂਵਮੈਂਟਸ ਆ ਉਹਨਾਂ ਨੂੰ ਡਿਸਕਲੋਜ਼ ਕਰੋ ਦੈਟ ਆਰ ਕਾਲਡ ਇੰਪਲੋਈ ਰਿਕੋਗਨੀਸ਼ਨ ਜਿਹਦੇ ਨਾਲ ਇੰਪਲੋਈ खुद ब खुद मोटिवेट हो जाएंगे नाउ नैक्सट दैट इज़ अ जॉब सिक्योरिटी मीनस कि उन्होंने बाउंड करो कि तुसी साडे ही इंपलॉई हो तो तुहानूं असीं किसी दूसरी जगह ते नहीं शिफ्ट होण देवांगे ओके तुहाडी जदों तक तुसी वर्क करना चाहुंदे हो तुहाडी जॉब सिक्योर है जिहदे नाल उन्हां दा पॉजिटिव अप्रोच जिहड़ी आ ओह वध जांदी है ते ओह कदी भी दूसरी जॉब नूं लैण दे बारे च नहीं सोचते अगर वर्कर नूं होएगा कि इन्हां ने अज नहीं ते कल सानूं कढ देना आ ते ओह कदी भी मोटिवेट भी नहीं होणगे ते वधिया तरीके नाल वर्क भी नहीं करनगे नैक्सट डेट इज़ इंपलॉय पार्टिसिपेशन तो जिन्ने भी वर्क हो रहे हैं तुहाडी ऑर्गेनाइजेशन दे विच उन्हां सारियां दे विच वर्कर नूं इंपलॉई नूं डिसीजन देण दी परमिशन दो चाहे ਉਹਦਾ डिसीजन तुसीं यूज़ करो अपनी ऑर्गेनाइजेशन के प्लान में चाहे ना करो बट स्टिल ਤੁਹਾਨੂੰ ਉਹਦਾ डिसीजन ਜਿਹੜਾ ਉਹ ਲੈਣਾ ਚਾਹੀਦਾ ਹੈ ਕਿ ਵਰਕਰ ਕਿਵੇਂ ਵਰਕ ਕਰਨਾ ਚਾਹੁੰਦੇ ਆ ਓਕੇ For example, if target production is fixed by consulting employee, then he will try to achieve the target more sincerely. अगर असीं ये सोच के employee नूं पुछ के टारगेट जिहड़ा है प्रोडक्शन का फिक्स करांगे कि असीं इन्नी के टारगेट असीं फिक्स मतलब असीं इन्ना प्रोडक्शन जिहड़ी इन्ना ईयर करनी आ ते उहदे नाल जिहड़े तुहाडे वर्कर आ ओह अपना टारगेट अचीव करन लई सिंसीयरली वर्क करनगे एंड द लास्ट इंसेंटिव दैट आर द नॉन फाइनेंशियल इंसेंटिव ऑटोनॉमी इंपलॉय एम्पावरमेंट इंपलॉय नूं फ्रीडम दो कि वो अपना वर्क जिहड़ा आ वो अपने तरीके नाल अपनी स्किल्स नाल अपनी क्रिएटिविटी दे नाल कर सके सो दैट दे डेवलप देयर कॉन्फिडेंस इन वर्किंग एंड ऑल्सो provide good working condition in the organization and also achieve the target of the organization. So bete these are the non-financial incentives and financial incentive. If you have any query you can message me on my WhatsApp number and thanks and have a nice day.